वाहिगुरु जी का खालसा वाहिगुरु जी की फतेह। एक पति वरता इस्त्री। जद फग्गण चेतर दा महीना बीत गया ਅਤੇ ਵਿਸਾਖ ਦੀ ਸੰਗਰਾਂਦ ਆ ਗਈ ਤਾਂ ਵਿਸਾਖੀ ਦਾ ਪੁਰਬ ਜਾਣ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤਾਂ ਆਈਆਂ। ਜਿਉਂ-ਜਿਉਂ ਦੇਸ਼ ਵਿਦੇਸ਼ ਵਿੱਚ ਗੁਰੂ ਜੀ ਦਾ ਜਸ ਫੈਲਦਾ ਤਿਉਂ-ਤਿਉਂ ਹੀ ਮੇਲੇ ਵਿੱਚ ਦੂਰ-ਦੂਰ ਤੋਂ ਬਹੁਤ ਸੰਗਤਾਂ ਵਹੀਰਾਂ ਘੱਤ ਕੇ ਆਉਂਦੀਆਂ। ਆਪਸ ਵਿੱਚ ਮਿਲ ਕੇ ਪ੍ਰੇਮ ਨਾਲ ਸ਼ਬਦ ਪੜ੍ਹਦੇ ਅਤੇ ਇੱਕ ਦੂਜੇ ਦੀ ਪ੍ਰੇਮ ਭਾਵਨਾ ਨਾਲ ਸੇਵਾ ਕਰਕੇ ਪ੍ਰਸੰਨ ਹੁੰਦੇ। ਸਭ ਕੋਈ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੁੰਦਾ। ਦੋ ਵੇਲੇ ਸਵੇਰ ਸ਼ਾਮ ਸਿੱਖ ਕੇਸਾਂ ਨੂੰ ਕੰਘਾ ਕਰਕੇ ਸਾਵਧਾਨ ਹੋ ਕੇ ਪ੍ਰੇਮ ਨਾਲ ਬਾਣੀ ਦਾ ਪਾਠ ਕਰਦੇ ਅਤੇ ਕੇਸਾਂ ਅਤੇ ਦਾੜੇ ਨਾਲ ਪੰਗਤਾਂ ਵਿੱਚ ਬੈਠੇ ਹੋਏ ਇੰਦਰਪੁਰੀ ਦੇਵਤੇ ਜਾਪਦੇ। ਰਹਿਣੀ ਅਤੇ ਕਹਿਣੀ ਵਿੱਚ ਇਹ ਸ਼ਸਤਰਧਾਰੀ ਸੂਰਮੇ ਗੁਰੂ ਆਗਿਆ ਵਿੱਚ ਸਾਵਧਾਨ ਰਹਿੰਦੇ। ਵਿਸਾਖੀ ਵਾਲੇ ਦਿਨ ਗੁਰੂ ਜੀ ਦਾ ਬਹੁਤ ਸੁੰਦਰ ਦੀਵਾਨ ਸੱਜਿਆ। ਸੰਗਤਾਂ ਨੇ ਬੇਅੰਤ ਭੇਟਾ ਅਰਪਣ ਕਰਕੇ ਆਪ ਜੀ ਦੇ ਚਰਨ ਪਰਸਨ ਦੇ ਦਰਸ਼ਨ ਕੀਤੇ। ਇਸ ਤਰ੍ਹਾਂ ਸੰਗਤਾਂ ਦੀ ਬਹੁਤ ਭੀੜ ਲੱਗ ਰਹੀ ਸੀ ਕਿ ਇੱਕ ਸਿੱਖਣੀ ਜਿਸ ਨੇ ਮੂੰਹ ਉੱਤੇ ਕੱਪੜਾ ਲਿਆ ਹੋਇਆ ਸੀ ਗੁਰੂ ਜੀ ਪਾਸ ਆਉਣਾ ਚਾਹੁੰਦੀ ਸੀ, ਪਰ ਮਨੁੱਖਾਂ ਦੀ ਭੀੜ ਕਰਕੇ ਉਹ ਪਿੱਛੇ ਹੀ ਰੁਕੀ ਰਹੀ। ਉਸ ਨੂੰ ਇਸ ਤਰ੍ਹਾਂ ਯਤਨ ਕਰਦੀ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸਿੱਖ ਭੇਜ ਕੇ ਉਸ ਸਿੱਖਣੀ ਨੂੰ ਆਪਣੇ ਪਾਸ ਸੱਦਿਆ। ਉਸ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜੀ ਹੋ ਗਈ। ਸਤਿਗੁਰੂ ਜੀ ਨੇ ਆਖਿਆ, ਸਿੱਖਣੀਏ, ਤੂੰ ਆਪਣਾ ਮਨੋਰਥ ਦੱਸ, ਕਿਸ ਕੰਮ ਵਾਸਤੇ ਆਈ ਹੈ? ਸਿੱਖਣੀ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਮੇਰੇ ਪੇਕੇ ਰਾਏਪੁਰ ਹਨ। ਉੱਥੇ ਸਾਡੇ ਘਰ ਇੱਕ ਸੰਤ ਆਉਂਦੇ ਸਨ। ਉਹਨਾਂ ਦੀਆਂ ਗਿਆਨਮਈ ਗੱਲਾਂ ਸੁਣ ਕੇ ਮੇਰਾ ਮਨ ਵੀ ਪ੍ਰਭੂ ਪ੍ਰੇਮ ਦੀ ਲਗਨ ਵਿੱਚ ਲੱਗ ਗਿਆ। ਮੈਂ ਸਿਆਣੀ ਹੋਈ ਤਾਂ ਮੇਰਾ ਵਿਆਹ ਬਰਸਾਣੇ ਪਿੰਡ ਦੇ ਇੱਕ ਖੱਤਰੀ ਨਾਲ ਹੋ ਗਿਆ। ਉਹ ਮੇਰਾ ਪਤੀ ਵੀ ਸੰਤਾਂ ਦਾ ਮੇਲੀ ਹੈ। ਅਸੀਂ ਦੋਵੇਂ ਘਰ ਆਏ ਸੰਤਾਂ ਦੀ ਪ੍ਰੇਮ ਨਾਲ ਸੇਵਾ ਕਰਦੇ ਹਾਂ ਅਤੇ ਆਪ ਜੀ ਦੇ ਬਖਸ਼ੇ ਹੋਏ ਗੁਰੂ ਮੰਤਰ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿੰਦੇ ਹਾਂ। ਮੈਂ ਸੰਤਾਂ ਪਾਸੋਂ ਸੁਣਿਆ ਸੀ ਕਿ ਇਸਤਰੀ ਵਾਸਤੇ ਉਸ ਦਾ ਪਤੀ ਹੀ ਪਰਮੇਸ਼ਰ ਹੈ। ਇਸ ਕਰਕੇ ਮੈਂ ਪਤੀ ਨੂੰ ਹੀ ਗੁਰੂ ਪਰਮੇਸ਼ਰ ਜਾਣ ਕਰਕੇ ਉਸ ਦੀ ਤਨ ਮਨ ਨਾਲ ਸੇਵਾ ਕਰਦੀ ਹਾਂ। ਮੇਰੇ ਸਹੁਰੇ ਘਰ ਦਾ ਸਾਰਾ ਪਰਿਵਾਰ ਮੇਰੇ ਪਤੀ ਸਹਿਤ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ, ਪਰ ਮੈਨੂੰ ਪਿੱਛੇ ਘਰ ਆਏ ਸੰਤ ਸਾਧ ਦੀ ਸੇਵਾ ਕਰਨ ਵਾਸਤੇ ਛੱਡ ਆਉਂਦੇ ਰਹੇ ਹਨ। ਹੁਣ ਮੇਰੀ ਤੀਬਰ ਇੱਛਾ ਵੇਖ ਕੇ ਮੇਰੇ ਪਤੀ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਗਿਆ ਦੇ ਦਿੱਤੀ ਹੈ। ਇੱਥੇ ਆਣ ਕੇ ਜਦ ਮੈਂ ਵੇਖਿਆ ਕਿ ਆਪ ਜੀ ਪਾਸ ਸਿੱਖ ਸੰਗਤਾਂ ਦੀ ਬਹੁਤ ਭੀੜ ਹੈ ਤਾਂ ਮੈਂ ਪਿੱਛੇ ਹਟ ਗਈ ਅਤੇ ਸੋਚਿਆ ਕਿ ਮੇਰੇ ਪਾਪਣ ਦੇ ਭਾਗਾਂ ਵਿੱਚ ਦਰਸ਼ਨ ਕਿੱਥੇ ਹਨ। ਐਡੀ ਦੂਰੋਂ ਤਾਂਘ ਨਾਲ ਚੱਲ ਕੇ ਵੀ ਆਈ, ਪਰ ਦਰਸ਼ਨ ਫੇਰ ਵੀ ਪ੍ਰਾਪਤ ਨਹੀਂ ਹੁੰਦੇ। ਚੱਲ ਮਨਾ, ਗੁਰੂ ਜੀ ਦੇ ਲੰਗਰ ਦੀ ਸੇਵਾ ਕਰੀਏ। ਜਦ ਮੈਂ ਇਹ ਵਿਚਾਰ ਕੇ ਪਿੱਛੇ ਮੁੜੀ ਤਾਂ ਤੁਸੀਂ ਘਟ ਦੇ ਜਾਣਨ ਹਾਰੇ ਅੰਤਰਜਾਮੀ ਜੀ ਨੇ ਮੇਰੇ ਹਿਰਦੇ ਦੀ ਜਾਣ ਲਈ ਅਤੇ ਮੈਨੂੰ ਆਪਣੇ ਪਾਸ ਸੱਦ ਲਿਆ। ਹੁਣ ਜੋ ਹੁਕਮ ਕਰੋਗੇ ਉਸ ਦਾ ਪਾਲਣ ਕਰਾਂਗੇ। ਸਤਿਗੁਰੂ ਜੀ ਇਹ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਕਿਹਾ, ਤੇਰੇ ਸਹੁਰੇ ਪੇਕੇ ਧੰਨ ਧੰਨ ਹਨ। ਤੂੰ ਧੰਨ ਹੈ ਜਿਸ ਨੇ ਇੱਕ ਵਾਰ ਹੀ ਗੁਰੂ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲਿਆ ਹੈ ਅਤੇ ਆਪਣੇ ਪਤੀ ਬ੍ਰਤ ਧਰਮ ਨੂੰ ਦ੍ਰਿੜ ਕਰ ਲਿਆ ਹੈ। ਹੇ ਬੀਬੀ, ਹੁਣ ਤੂੰ ਆਪਣੇ ਡੇਰੇ ਜਾ ਅਤੇ ਕੱਲ੍ਹ ਆਪਣੇ ਪਤੀ ਨੂੰ ਨਾਲ ਲੈ ਕੇ ਸਾਡੇ ਪਾਸ ਆਵੀਂ। ਸਤਿਗੁਰੂ ਜੀ ਦੀ ਆਗਿਆ ਨਾਲ ਬੀਬੀ ਆਪਣੇ ਡੇਰੇ ਚਲੀ ਗਈ ਅਤੇ ਇਹ ਸਾਰੀ ਵਾਰਤਾ ਆਪਣੇ ਪਤੀ ਨੂੰ ਸੁਣਾਈ। ਰਾਤ ਵਿਸਰਾਮ ਕਰਕੇ ਦੂਜੇ ਦਿਨ ਦੋਵੇਂ ਪਤੀ ਪਤਨੀ ਸਤਿਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋਏ, ਮੱਥਾ ਟੇਕਿਆ ਅਤੇ ਬੈਠ ਗਏ। ਸਤਿਗੁਰੂ ਜੀ ਨੇ ਪੁੱਛਿਆ, ਬੀਬੀ, ਤੂੰ ਕਿਸ ਦੀ ਇਸਤਰੀ ਹੈ? ਬੀਬੀ ਨੇ ਸ਼ਰਮ ਨਾਲ ਸਿਰ ਨੀਵਾਂ ਕਰਕੇ ਆਪਣੇ ਪਤੀ ਵੱਲ ਇਸ਼ਾਰਾ ਕਰਕੇ ਕਿਹਾ, ਜੀ ਤੁਸੀਂ ਸਭ ਕੁਝ ਜਾਣੀ ਜਾਣ ਹੋ। ਫਿਰ ਗੁਰੂ ਜੀ ਨੇ
ਉਸ ਸਿੱਖ ਨੂੰ ਪੁੱਛਿਆ, ਦੱਸ ਸਿੱਖਾ, ਇਹ ਤੇਰੀ ਇਸਤਰੀ ਹੈ? ਸਿੱਖ ਨੇ ਆਪਣਾ ਉੱਤਰ ਇਸ ਤਰ੍ਹਾਂ ਦੋਹਰੇ ਵਿੱਚ ਦਿੱਤਾ, ਦੋਹਰਾ, ਤਨ ਮਨ ਧਨ ਗੁਰ ਕੋ ਸਭੇ, ਮਮਤਾ ਛੱਡੀ ਦੂਰ, ਦੇਹ ਸੰਜੋਗੀ ਨਾਰ ਹੈ, ਸਿੱਖ ਸਿੱਖਣੀ ਗੁਰ ਧੂਰ। ਅਰਥਾਤ ਦੇਹ ਦੇ ਸੰਜੋਗ ਕਰਕੇ ਇਹ ਮੇਰੀ ਨਾਰ ਹੈ। ਅਸੀਂ ਦੋਵੇਂ ਸਿੱਖ ਤੇ ਸਿੱਖਣੀ ਗੁਰੂ ਦੇ ਚਰਨਾਂ ਦੀ ਧੂੜ ਹਾਂ। ਸਿੱਖ ਪਾਸੋਂ ਇਹ ਦੋਹਰਾ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ, ਹੇ ਸਿੱਖ, ਤੂੰ ਬਹੁਤ ਬੁੱਧੀਮਾਨ ਹੈ, ਪਰ ਤੈਨੂੰ ਆਪਣੇ ਆਪ ਦੀ ਸੁੱਧ ਨਹੀਂ ਹੈ। ਤੂੰ ਪਹਿਲੇ ਜਨਮ ਵਿੱਚ ਭਗਤ ਕਬੀਰ ਸੀ ਅਤੇ ਇਹ ਸਿੱਖਣੀ ਲੋਈ ਸੀ। ਇੱਕ ਦਿਨ ਤੂੰ ਲੋਈ ਨੂੰ ਪੁੱਛਿਆ, ਹੇ ਲੋਈ, ਤੂੰ ਮਨੁੱਖਾ ਜਨਮ ਧਾਰ ਕੇ ਕੀ ਖੱਟਿਆ ਹੈ? ਅੱਗੋਂ ਲੋਈ ਨੇ ਉੱਤਰ ਦਿੱਤਾ ਕਿ ਮੈਨੂੰ ਅਜੇ ਇਹ ਰੀਝ ਹੈ ਕਿ ਮੈਂ ਤੁਹਾਡੀ ਸੰਗਤ ਵਿੱਚ ਰਹਿ ਕੇ ਸੇਵਾ ਕਰਾਂ। ਕਬੀਰ ਜੀ ਨੇ ਕਿਹਾ, ਲੋਈ, ਇਸਤਰੀ ਦਾ ਇਹ ਧਰਮ ਨਹੀਂ ਹੈ ਕਿ ਆਪਣੀ ਇੱਛਾ ਅਨੁਸਾਰ ਪਤੀ ਨੂੰ ਤੋਰੇ, ਪਰ ਇਸਤਰੀ ਨੂੰ ਉਹੀ ਕਰਨਾ ਉਚਿਤ ਹੁੰਦਾ ਹੈ ਜੋ ਪਤੀ ਦੀ ਇੱਛਾ ਹੋਵੇ। ਇਹ ਸੇਵਾ ਕਰਨ ਦੀ ਤੇਰੀ ਜਿਹੜੀ ਵਾਸ਼ਨਾ ਹੈ, ਤੂੰ ਫਿਰ ਇੱਕ ਵਾਰ ਜਗਤ ਵਿੱਚ ਖੱਤਰੀ ਦੇ ਘਰ ਜਨਮ ਧਾਰੇਂਗੀ। ਗੁਰੂ ਨਾਨਕ ਜੀ ਦਾ ਬਹੁਤ ਪੰਥ ਹੋਵੇਗਾ। ਤੂੰ ਜਦ ਉਹਨਾਂ ਦੇ ਦਰਸ਼ਨ ਕਰਕੇ ਉਪਦੇਸ਼ ਸੁਣੇਗੀ ਤਾਂ ਤੇਰਾ ਉਧਾਰ ਹੋਵੇਗਾ। ਕਬੀਰ ਜੀ ਦੇ ਇਹ ਬਚਨ ਸੁਣ ਕੇ ਲੋਈ ਉਹਨਾਂ ਦੇ ਚਰਨਾਂ ਤੇ ਪੈ ਗਈ ਅਤੇ ਬੇਨਤੀ ਕੀਤੀ ਕਿ ਤੁਸੀਂ ਵੀ ਮੈਨੂੰ ਆਪਣੀ ਦਾਸੀ ਜਾਣ ਕੇ ਤਿਆਗ ਨਾ ਦੇਣਾ, ਮੇਰੇ ਨਾਲ ਹੀ ਰਹਿਣਾ। ਕਬੀਰ ਜੀ ਨੇ ਕਿਹਾ, ਅੱਛਾ, ਜੇ ਤੇਰੀ ਐਸੀ ਹੀ ਭਾਵਨਾ ਹੈ ਤਾਂ ਤੇਰੇ ਨਾਲ ਮੈਂ ਵੀ ਜਨਮ ਧਾਰਾਂਗਾ। ਗੁਰੂ ਜੀ ਨੇ ਫਰਮਾਇਆ, ਇਸ ਤਰ੍ਹਾਂ ਦੋਹਾਂ ਨੇ ਜਨਮ ਧਾਰਿਆ ਹੈ, ਪਰ ਤੁਹਾਨੂੰ ਇਸ ਦੀ ਕੋਈ ਸੁੱਧ ਨਹੀਂ ਹੈ। ਇਸ ਉਪਰੰਤ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਦੋਹਾਂ ਨੂੰ ਪ੍ਰਸ਼ਾਦ ਦਿੱਤਾ, ਜਿਸ ਨੂੰ ਛਕ ਕੇ ਦੋਹਾਂ ਦੇ ਕਪਾਟ ਖੁੱਲ ਗਏ ਅਤੇ ਪਿਛਲੇ ਜਨਮ ਦੀ ਸਾਰੀ ਸੂਝ ਬੂਝ ਹੋ ਗਈ। ਗੁਰੂ ਜੀ ਨੇ ਸਿੱਖ ਨੂੰ ਆਖਿਆ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਚੀ ਸੀ ਤਾਂ ਤੁਸੀਂ ਆਪਣੀ ਬਾਣੀ ਦਰਜ ਕਰਾਉਣ ਵਾਸਤੇ ਬਿਨ ਦੇਹ ਦਰਸ਼ਨ ਦਿੱਤਾ ਸੀ। ਹੁਣ ਕਿਉਂਕਿ ਤੁਸੀਂ ਇਸ ਦੇਹ ਸਹਿਤ ਆਏ ਹੋ, ਇਸ ਕਰਕੇ ਆਪਣੀ ਪਹਿਲੀ ਰਚੀ ਹੋਈ ਬਾਣੀ ਇਸ ਸੰਗਤ ਨੂੰ ਸੁਣਾ ਦਿਓ, ਜਿਸ ਨੂੰ ਸੁਣ ਕੇ ਸਾਰੀਆਂ ਸੰਗਤਾਂ ਦੇ ਮਨ ਵਿੱਚ ਪ੍ਰਤੀਤ ਆ ਜਾਵੇ ਕਿ ਤੁਹਾਡਾ ਠੀਕ ਹੀ ਭਗਤ ਕਬੀਰ ਤੇ ਮਾਈ ਲੋਈ ਦਾ ਪੁਨਰ ਜਨਮ ਹੈ। ਗੁਰੂ ਜੀ ਦੀ ਇਸ ਆਗਿਆ ਅਨੁਸਾਰ ਸਿੱਖ ਨੇ ਆਪਣੇ ਸਾਰੇ ਸ਼ਲੋਕਾਂ ਦਾ ਪਾਠ ਜਿਉਂਦਾ ਤਿਉਂ ਜਿਵੇਂ ਪਹਿਲੇ ਜਨਮ ਵਿੱਚ ਬਣਾਏ ਸਨ ਸੁਣਾ ਦਿੱਤਾ। ਪਾਠ ਸੁਣ ਕੇ ਗੁਰੂ ਜੀ ਨੇ ਆਖਿਆ, ਕਬੀਰ ਜੀ ਸਾਰੇ ਭਗਤਾਂ ਦੇ ਸ਼੍ਰੋਮਣੀ ਭਗਤ ਹਨ। ਹੁਣ ਤੁਸੀਂ ਸਿੱਖਾਂ ਦੇ ਘਰ ਜਨਮ ਲੈ ਕੇ ਜਨਮ ਧਾਰਿਆ ਹੈ ਤੇ ਧਰਮ ਦੀ ਰੱਖਿਆ ਵਾਸਤੇ ਸਿੱਖੀ ਧਾਰਨ ਕਰੋਗੇ। ਸਤਿਗੁਰੂ ਜੀ ਤੋਂ ਇਹ ਵਾਕ ਸੁਣ ਕੇ ਸਿੱਖ ਸਿੱਖਣੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਘਰ ਚਲੇ ਗਏ ਅਤੇ ਨਾਮ ਸਿਮਰਨ ਵਿੱਚ ਲੱਗ ਕੇ ਆਪਣਾ ਜੀਵਨ ਬਤੀਤ ਕਰਨ ਲੱਗੇ। ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਬੋਲੋ ਭਾਈ ਜੀ, ਵਾਹਿਗੁਰੂ।